ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਰੁਣਾ ਨਿਦਾਨ ਭਗਤ ਵਸ਼ਲ ਜੁਗੋ ਜੁਗ ਅਟਲ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਰੂਹਾਨੀ ਨੂਰਾਨੀ ਇਲਾਹੀ ਜੋਤ ਸ੍ਰੀ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ਬਦ ਸਰੂਪ ਜਾਮਾ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਜ ਸਤਿਗੁਰਾਂ ਦੀ ਮੁਕੱਦਸ ਗੋਦ ਅੰਦਰ ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਡਭਾਗੇ ਹਾਂ। ਸਤਿਗੁਰੂ ਜੀ ਦੀ ਰਹਿਮਤ ਦਾ ਸਦਕਾ ਸਤ ਸੰਗਤ ਦੀਆਂ ਅਮੋਲਕ ਘੜੀਆਂ ਸਤਿਗੁਰਾਂ ਦੇ ਪਾਵਨ ਚਰਨ ਪਰਸਦੇ ਹੋਏ ਪ੍ਰਾਪਤ ਹੋ ਰਹੀਆਂ ਹਨ। ਕੀਰਤਨ ਸ਼ਰਵਣ ਕੀਤਾ ਹੈ, ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਜੋ ਅਸੀਂ ਬਾਰ-ਬਾਰ ਸੁਣਦੇ ਹਾਂ, ਪੜ੍ਹਦੇ ਹਾਂ, ਜੋ ਵੀ ਰੈਪੀਟੀਸ਼ਨ ਕਰਦੇ ਹਾਂ, ਉਹਦਾ ਅਸਰ ਸਾਡੇ ਮਨ ਦੇ ਉੱਪਰ ਅਵੱਸ਼ ਹੋਵੇਗਾ। ਸਿੱਖਾਂ ਨੇ ਪੁੱਛਿਆ ਸੀ ਸਤਵੇਂ ਗੁਰਦੇਵ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ, ਜਿਨ੍ਹਾਂ ਦਾ ਅੱਜ ਗੁਰਤਾ ਗੱਦੀ ਦਿਵਸ ਹੈ, ਕਿ ਪਾਤਸ਼ਾਹ ਜੀ ਗੁਰਬਾਣੀ ਨੂੰ ਵਾਰ-ਵਾਰ ਪੜ੍ਹਨ ਦਾ ਕੀ ਲਾਭ ਹੈ। ਸਤਿਗੁਰੂ ਜੀ ਨੇ ਰਸਤੇ ਵਿੱਚ ਜਾਂਦਿਆਂ ਹੋਇਆਂ ਇੱਕ ਟੁੱਟਾ ਹੋਇਆ ਮਿੱਟੀ ਦਾ ਭਾਂਡਾ ਮੰਗਵਾਇਆ, ਉਸਦਾ ਇੱਕ ਠਿਕਰਾ ਮੰਗਵਾ ਲਿਆ, ਜਿਸ ਦੇ ਉੱਪਰ ਚਿਕਨਾਹਟ ਲੱਗੀ ਹੋਈ ਸੀ। ਪਾਤਸ਼ਾਹ ਜੀ ਕਹਿਣ ਲੱਗੇ ਚਿਕਨਾਹਟ ਦਾ ਕੀ ਕਾਰਨ ਹੈ? ਸਿੱਖ ਕਹਿਣ ਲੱਗੇ ਮਹਾਰਾਜ ਦੇ ਵਿੱਚ ਘਿਓ ਪਾਇਆ ਰਿਹਾ ਹੋਵੇਗਾ, ਤਾਂ ਇਹ ਭਾਂਡੇ ਦੇ ਉੱਪਰ ਜਿਹੜੀ ਚਿਕਨਤਾ ਨਜ਼ਰ ਆ ਰਹੀ ਹੈ। ਟੁੱਟੇ ਹੋਏ ਠੀਕਰੇ ਦੇ ਉੱਪਰ ਵੀ ਰਹੀ ਚਿਕਨਤਾ, ਠੀਕਰ ਮਾਹੇ। ਤੋ ਸਤਿਗੁਰੂ ਜੀ ਕਹਿਣ ਲੱਗੇ ਇਸੇ ਤਰ੍ਹਾਂ ਹੀ ਬਾਣੀ ਦਾ ਅਸਰ ਹੈ। ਮਨ ਰੂਪੀ ਭਾਂਡੇ ਦੇ ਅੰਦਰ ਜੋ ਭਾਵ ਹੈ, ਭਾਂਡੇ ਵਿੱਚ ਵਸਤ ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ। ਜੋ ਵਸਤੂ ਭਾਂਡੇ ਵਿੱਚ ਪਾਈ ਜਾਂਦੀ ਹੈ ਉਹੀ ਬਾਹਰ ਨਿਕਲਦੀ ਹੈ। ਸਾਡਾ ਮਨ ਵੀ ਇੱਕ ਭਾਂਡਾ ਹੈ। ਬਚਪਨ ਤੋਂ ਲੈ ਕੇ ਜੋ ਕੁਝ ਦੇਖਿਆ ਸੁਣਿਆ ਉਹੀ ਕੁਝ ਇਸ ਮਨ ਰੂਪੀ ਭਾਂਡੇ ਦੇ ਅੰਦਰ ਪਿਆ ਹੈ। ਸਤਿਗੁਰੂ ਦਾ ਸ਼ਬਦ ਪਾਵਾਂਗੇ ਤਾਂ ਜ਼ਰੂਰ ਇਸ ਭਾਂਡੇ ਦੀ ਪਵਿੱਤਰਤਾ ਬਣੇਗੀ। ਤੋ ਸਾਧ ਸੰਗਤ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਹੈ 1644 ਈਸਵੀ ਦੇ ਵਿੱਚ, ਜਦੋਂ ਕਿ ਛੇਵੇਂ ਪਾਤਸ਼ਾਹ ਜੀ ਦੇ ਸਪੁੱਤਰ ਤੇਗ ਬਹਾਦਰ ਜੀ ਵੀ ਮੌਜੂਦ ਸਨ। ਉਸ ਸਮੇਂ ਤੱਕ ਬਾਬਾ ਗੁਰਦਿੱਤਾ ਜੀ ਬਿਆਨਾ ਕਰ ਚੁੱਕੇ ਸਨ। ਸ੍ਰੀ ਅਣੀ ਰਾਏ ਜੀ, ਸੂਰਜਮਲ ਜੀ ਸੰਗਤਾਂ ਦੀਆਂ ਸੇਵਾਵਾਂ ਕਰਿਆ ਕਰਦੇ ਸਨ। ਤੇਗ ਬਹਾਦਰ ਮਹਾਰਾਜ ਜੀ ਸਿਮਰਨ ਵਿੱਚ ਲੀਨ ਰਿਹਾ ਕਰਦੇ ਸਨ। ਤਾਂ ਸਤਿਗੁਰੂ ਜੀ ਨੇ ਗੁਰਤਾ ਗੱਦੀ ਜਿਹੜੀ ਹੈ ਉਹ ਗੁਰੂ ਹਰਿਰਾਏ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਹੈ। ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਨੂੰ ਜਦੋਂ ਗੱਦੀ ਦਿੱਤੀ ਗਈ ਤਾਂ ਮਾਤਾ ਨਾਨਕੀ ਜੀ ਨੇ, ਜੋ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਛੇਵੇਂ ਪਾਤਸ਼ਾਹ ਜੀ ਦੇ ਮਹਿਲ ਸਨ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਅਨੁਸਾਰ 3 ਆਨੰਦ ਕਾਰਜ ਹੋਏ ਨੇ। ਪਹਿਲਾ ਆਨੰਦ ਕਾਰਜ 1604 ਈਸਵੀ ਵਿੱਚ, ਜਿਸ ਆਨੰਦ ਕਾਰਜ ਦੇ ਵਿੱਚ ਪੰਚਮ ਪਿਤਾ ਗੁਰੂ ਅਰਜਨ ਦੇਵ ਜੀ ਆਪ ਸ਼ਾਮਲ ਹੋਏ।
ਇਹ ਸ੍ਰੀ ਨਰਾਇਣ ਦਾਸ ਜੀ ਦੀ ਸਪੁੱਤਰੀ ਸ੍ਰੀ ਦਮੋਦਰੀ ਜੀ ਦੇ ਨਾਲ ਡੱਲਾ ਨਗਰ ਨੇੜੇ ਸੁਲਤਾਨਪੁਰ ਇੱਥੇ ਆਨੰਦ ਕਾਰਜ ਹੋਇਆ। ਜੋ ਪਰਿਵਾਰ ਭਾਈ ਪਾਰੋ ਜੁਲਕਾ ਜੀ ਦੀ ਵੰਸ਼ ਦੇ ਵਿੱਚੋਂ ਸੀ। ਪਾਰੋ ਜੁਲਕਾ ਜੀ ਉਹ ਮਹਾਨ ਗੁਰਮੁਖ ਪਿਆਰੇ ਹੋਏ ਜਿਨ੍ਹਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਰਮਹੰਸ ਦੀ ਉਪਾਧੀ ਬਖਸ਼ਿਸ਼ ਕੀਤੀ ਸੀ। 72 ਘਰ ਸਨ ਡੱਲੇ ਨਗਰ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਵੇਲੇ, ਜਿਹੜੇ ਆਤਮ ਗਿਆਨੀ ਸਿੱਖ ਸਨ, ਉੱਚੀ ਅਵਸਥਾ ਵਾਲੇ। ਇਹ ਸਿੱਖ ਬਿਆਸਾ ਪਾਰ ਕਰਕੇ ਹੀ ਦਰਸ਼ਨ ਕਰਨ ਵਾਸਤੇ ਜਾਇਆ ਕਰਦੇ ਸਨ। ਤੋ ਸਾਧ ਸੰਗਤ ਗੁਰੂ ਅਰਜਨ ਦੇਵ ਜੀ ਆਪ ਸ਼ਾਮਲ ਹੋਏ। ਖੂਹ ਵੀ ਲਵਾਇਆ ਹੈ ਜੋ ਡੱਲੇ ਵਿੱਚ ਮੌਜੂਦ ਹੈ। ਸ੍ਰੀ ਦਮੋਦਰੀ ਜੀ ਦੀ ਇੱਕ ਭੈਣ ਭਾਈ ਕੀ ਡਰੋਲੀ ਸੀ, ਬੀਬੀ ਰਾਮੋ, ਜਿਨ੍ਹਾਂ ਦੇ ਪਤੀ ਦਾ ਨਾਮ ਸਾਈਂ ਦਾਸ। ਇਹਨਾਂ ਦੇ ਕੋਲ ਵੀ 6ਵੇਂ ਪਾਤਸ਼ਾਹ ਜੀ ਕੁਝ ਸਮਾਂ ਡਰੋਲੀ ਵਿਖੇ ਰਹੇ। ਇੱਥੇ ਹੀ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਸੀ। ਇਸੇ ਧਰਤੀ ਡਰੋਲੀ ਦੇ ਉੱਤੇ ਹੀ ਮਾਤਾ ਦਮੋਦਰੀ ਜੀ ਨੇ ਸਰੀਰਕ ਚੋਲਾ ਤਿਆਗਿਆ 1631 ਦੇ ਵਿੱਚ। ਮਾਤਾ ਦਮੋਦਰੀ ਜੀ ਦੀ ਕੁੱਖ ਦੇ ਵਿੱਚੋਂ ਬਾਬਾ ਗੁਰਦਿੱਤਾ ਜੀ, ਬੀਬੀ ਵੀਰੋ ਜੀ ਅਤੇ ਸ੍ਰੀ ਅਣੀ ਰਾਏ ਜੀ ਪੈਦਾ ਹੋਏ ਸਨ। ਜਦੋਂ ਪੁਰੋਹਿਤ ਰਿਸ਼ਤਾ ਕਰਨ ਆਏ ਸਨ ਚੰਦੂ ਦੀ ਬੇਟੀ ਦਾ, ਮਨ ਹੀ ਮਨ ਪੱਕਾ ਕਰਕੇ ਗਏ ਸਨ। ਚੰਦੂ ਨੂੰ ਜਾ ਕੇ ਆਖਿਆ ਸੀ, ਇਸ ਹੰਕਾਰੀ ਨੇ ਕਿਹਾ ਸੀ ਚੁਬਾਰੇ ਦੀ ਇੱਟ ਮੋਰੀ ਨੂੰ ਲਾਇਓ। ਦਿੱਲੀ ਦੀ ਸੰਗਤ ਨੇ ਸੁਨੇਹਾ ਭੇਜਿਆ, ਮਹਾਰਾਜੇ ਦਾ ਰਿਸ਼ਤਾ ਪ੍ਰਵਾਨ ਨਾ ਕਰਿਓ। ਸਤਿਗੁਰੂ ਜੀ ਨੇ ਇਨਕਾਰ ਕਰ ਦਿੱਤਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ। ਉਸ ਸਮੇਂ ਸਤਿਗੁਰਾਂ ਨੇ ਕਿਹਾ ਸੀ, ਕੋਈ ਸਿੱਖ ਆਪਣੀ ਬੱਚੀ ਦਾ ਰਿਸ਼ਤਾ ਪੇਸ਼ ਕਰੇ ਤਾਂ ਇੱਕੋ ਸਮੇਂ 'ਤੇ ਸ੍ਰੀ ਨਰਾਇਣ ਦਾਸ ਅਤੇ ਸ੍ਰੀ ਹਰੀ ਚੰਦ ਜੀ ਇਕੱਠੇ ਹੀ ਖੜੇ ਹੋ ਗਏ ਸਨ ਅਤੇ ਗੁਰੂ ਪੰਚਮ ਪਾਤਸ਼ਾਹ ਜੀ ਨੇ ਦੋਨੇ ਰਿਸ਼ਤੇ ਹੀ ਪ੍ਰਵਾਨ ਕਰ ਲਏ ਸਨ। ਇਸ ਕਰਕੇ ਦੂਸਰਾ ਆਨੰਦ ਕਾਰਜ ਜਿਹੜਾ ਹੈ ਉਹ ਮਾਤਾ ਨਾਨਕੀ ਜੀ ਦੇ ਨਾਲ 1613 ਵਿੱਚ ਹੋਇਆ। ਇਹਨਾਂ ਦੀ ਕੁੱਖ ਦੇ ਵਿੱਚੋਂ ਬਾਬਾ ਅਟਲ ਰਾਏ ਅਤੇ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਹੋਇਆ। ਤੋ ਮਾਤਾ ਨਾਨਕੀ ਜੀ 1678 ਦੇ ਵਿੱਚ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਜੋਤੀ ਜੋਤ ਸਮਾਏ ਸਨ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ 3 ਸਾਲ ਬਾਅਦ। ਤੀਸਰਾ ਆਨੰਦ ਕਾਰਜ 1615 ਦੇ ਵਿੱਚ ਸ੍ਰੀ ਦਇਆ ਰਾਮ ਮਰਵਾਹੇ ਦੀ ਪੁੱਤਰੀ ਮਾਤਾ ਮਹਾਦੇਵੀ ਜੀ ਦੇ ਨਾਲ ਮੰਡਿਆਲੀ ਨਗਰ ਵਿੱਚ ਹੋਇਆ। ਇਹਨਾਂ ਦੀ ਕੁੱਖ ਵਿੱਚੋਂ ਸ੍ਰੀ ਸੂਰਜ ਮੱਲ ਜੀ ਪੈਦਾ ਹੋਏ ਸਨ। ਸੋ ਇਸੇ ਤਰ੍ਹਾਂ ਦਸਮ ਪਾਤਸ਼ਾਹ ਹਜ਼ੂਰ ਦੇ 3 ਆਨੰਦ ਕਾਰਜ ਇਤਿਹਾਸ ਵਿੱਚ ਦਰਜ ਨੇ। ਮਾਤਾ ਜੀਤੋ ਜੀ, ਜਿਨ੍ਹਾਂ ਦੇ ਪਿਤਾ ਸ੍ਰੀ ਹਰਜਸ ਜੀ ਸਨ, ਲਾਹੌਰ ਦੇ ਰਹਿਣ ਵਾਲੇ। ਇਹਨਾਂ ਦਾ ਆਨੰਦ ਕਾਰਜ ਗੁਰੂ ਕੇ ਲਾਹੌਰ ਵਿਖੇ ਕੀਤਾ ਗਿਆ 1677 ਵਿੱਚ। ਉਸ ਤੋਂ ਬਾਅਦ ਦੂਸਰਾ ਆਨੰਦ ਕਾਰਜ ਦਸਮ ਪਾਤਸ਼ਾਹ ਜੀ ਦਾ ਸ੍ਰੀ ਰਾਮ ਸਰਨ ਜੀ ਦੀ ਪੁੱਤਰੀ, ਇਹਨਾਂ ਦੇ ਨਾਲ ਬੈਜਵਾੜਾ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹੋਇਆ। ਇਸ ਆਨੰਦ ਕਾਰਜ ਦਾ ਵਰ੍ਹਾ ਸੀ 1684। ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਹੋਇਆ 1687। ਦੂਸਰੇ ਵਿਆਹ ਦੇ ਵਿੱਚੋਂ ਮਾਤਾ ਸੁੰਦਰੀ ਜੀ ਦੀ ਕੁੱਖ ਵਿੱਚੋਂ। ਇਸ ਤੋਂ ਬਾਅਦ ਬਾਬਾ ਜੁਝਾਰ ਸਿੰਘ 1690 ਵਿੱਚ, ਜੋਰਾਵਰ ਸਿੰਘ 1696 ਵਿੱਚ ਅਤੇ ਬਾਬਾ ਫਤਿਹ ਸਿੰਘ ਜੀ 1699 ਵਿੱਚ। ਮਾਤਾ ਜੀਤੋ ਜੀ ਪਹਿਲੇ ਵਿਆਹ 'ਚੋਂ ਪਹਿਲੀ ਮਾਤਾ ਜੀ ਦੀ ਕੁੱਖ 'ਚੋਂ ਪੈਦਾ ਹੋਏ ਸਨ। 1699 ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ। 1700 ਈਸਵੀ ਵਿੱਚ 1 ਸਾਲ ਬਾਅਦ ਰੋਹਤਾਸ ਨਿਵਾਸੀ ਸ੍ਰੀ ਰਾਮੂ ਬੱਸੀ ਜੀ ਦੀ ਪੁੱਤਰੀ ਮਾਤਾ ਸਾਹਿਬ ਦੇਵਾਂ ਜੀ, ਇਹ ਆਪਣੇ ਪਿਤਾ ਅਤੇ ਸੰਗਤਾਂ ਦੇ ਨਾਲ ਪਹੁੰਚੇ ਸਨ। ਇਹਨਾਂ ਦੇ ਪਿਤਾ ਨੇ ਬੇਨਤੀ ਕੀਤੀ ਸੀ, ਮਹਾਰਾਜ ਇਹ ਬੱਚੀ ਨੂੰ ਜਨਮ ਤੋਂ ਲੈ ਕੇ ਤੁਹਾਡੇ ਨਾਲ ਵਰ ਚੁੱਕੇ ਹਾਂ, ਇਹਨੂੰ ਕੋਈ ਹੋਰ ਨਹੀਂ ਵਰੇਗਾ, ਆਪ ਪ੍ਰਵਾਨ ਕਰੋ। ਸਤਿਗੁਰਾਂ ਨੇ ਕਿਹਾ ਸੀ, ਅਸੀਂ
ਅਕਾਲ ਪੁਰਖ ਨੇ 4 ਪੁੱਤਰ ਬਖਸ਼ਿਸ਼ ਕਰ ਦਿੱਤੇ, ਗ੍ਰਹਿਸਥ ਤਿਆਗ ਦਿੱਤਾ ਹੈ। ਪੰਥ ਦੀ ਧਰਮ ਦੀ ਸੇਵਾ ਕਰਨੀ ਹੈ ਜਿਸ ਕਾਰਜ ਲਈ ਆਏ ਹਾਂ। ਜੇ ਤਾਂ ਆਤਮਿਕ ਮੇਲ ਇਹਨਾਂ ਨੂੰ ਪ੍ਰਵਾਨ ਹੈ, ਰੂਹ ਦਾ ਰਿਸ਼ਤਾ, ਤਾਂ ਅਸੀਂ ਰਿਸ਼ਤਾ ਲੈਣ ਵਾਸਤੇ ਤਿਆਰ ਹਾਂ। ਤਾਂ ਇਹ ਰਿਸ਼ਤਾ ਪ੍ਰਵਾਨ ਹੋਇਆ ਸੀ। ਮਾਤਾ ਸਾਹਿਬ ਦੇਵਾਂ ਦੀ ਝੋਲੀ ਵਿੱਚ ਖਾਲਸਾ ਪੰਥ ਨੂੰ ਪਾਇਆ ਗਿਆ। 1701 ਦੇ ਵਿੱਚ ਮਾਤਾ ਜੀਤੋ ਜੀ ਅਨੰਦਪੁਰ ਸਾਹਿਬ ਵਿੱਚ ਜੋਤੀ ਜੋਤ ਸਮਾਏ, ਜਿਨ੍ਹਾਂ ਦਾ ਦੇਹਰਾ ਅਗੰਮਪੁਰਾ ਗੁਰੂ ਅਸਥਾਨ ਵਿਰਾਜਮਾਨ ਹੈ। ਫਿਰ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਦੇਵਾਂ ਜੀ 1747 ਤੱਕ ਜੀਵਤ ਰਹੀਆਂ ਦਿੱਲੀ ਦੇ ਵਿੱਚ। ਮਾਤਾ ਸੁੰਦਰੀ ਜੀ 1747 ਵਿੱਚ ਜੋਤੀ ਜੋਤ ਸਮਾਉਂਦੇ ਨੇ। ਮਾਤਾ ਸਾਹਿਬ ਦੇਵਾਂ ਜੀ ਥੋੜ੍ਹਾ ਜਿਹਾ ਸਮਾਂ ਪਹਿਲਾਂ ਤੋਂ ਮਾਤਾਵਾਂ ਦੇ ਲਿਖੇ ਹੋਏ ਹੁਕਮਨਾਮੇ ਪੰਥ ਦੇ ਨਾਮ ਦਰਜ ਨੇ, ਜਿਨ੍ਹਾਂ ਨੇ ਪੰਥ ਦੀ ਅਗਵਾਈ ਕੀਤੀ ਹੈ। ਸੋ ਇਸੇ ਤਰ੍ਹਾਂ ਇਹ ਦੋਨੇ ਮਾਤਾਵਾਂ ਜਿਹੜੀਆਂ ਨੇ ਫਿਰ ਗੁਰੂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦਿੱਲੀ ਵਿਖੇ ਰਹੀਆਂ ਨੇ। ਸੋ ਇਸ ਪ੍ਰਕਾਰ ਇਤਿਹਾਸ ਨੂੰ ਰਲ ਗੱਡ ਨਹੀਂ ਕੀਤਾ ਜਾ ਸਕਦਾ। ਕੁਝ ਲੋਕ ਭੁਲੇਖੇ ਨਾਲ ਮਾਤਾ ਜੀਤੋ ਅਤੇ ਸੁੰਦਰੀ ਜੀ ਦਾ ਇੱਕੋ ਨਾਮ ਲਿਖ ਦਿੰਦੇ ਨੇ। ਪੇਕਿਆਂ ਦਾ ਨਾਮ ਜੀਤੋ ਸੀ, ਸਹੁਰਿਆਂ ਦਾ ਸੁੰਦਰੀ ਰੱਖ ਦਿੱਤਾ। ਨਹੀਂ, ਇਤਿਹਾਸ ਦੇ ਵਿੱਚ ਬਿਲਕੁਲ ਸਾਰਾ ਕੁਝ ਸਪਸ਼ਟ ਚਿੱਟੇ ਦਿਨ ਦੀ ਤਰ੍ਹਾਂ ਦਰਜ ਹੈ। ਰਹੋ ਵਿਚਾਰ। ਸੋ ਮਾਤਾ ਨਾਨਕੀ ਜੀ ਨੇ ਕਿਹਾ ਸੀ, ਸਵਾਮੀ ਪੁੱਤਰ ਨੂੰ ਛੱਡ ਕੇ ਗੱਦੀ ਪੋਤਰੇ ਨੂੰ ਦੇ ਚੱਲਿਓ। ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀਗਾ, ਨਾਨਕੀ ਤੋਂ ਆਪਣੇ ਪੁੱਤਰ ਨੂੰ ਲੈ ਕੇ ਬਕਾਲੇ ਚਲੀ ਜਾ ਆਪਣੇ ਪੇਕੇ। ਇੱਥੇ ਭਜਨ ਕੀਤਾ ਸੀ ਭਾਈ ਮਹਿਰੇ ਦੇ ਨਾਲ ਕਿ ਤੇਰੇ ਘਰ ਰਵਾਂਗੇ, ਸੇਵਾ ਕਰ ਲਵੀਂ। ਉਹਨੇ ਇੱਛਾ ਪ੍ਰਗਟਾਈ ਸੀ। ਤਾਂ ਇਸ ਘਰ ਦੇ ਵਿੱਚ ਫਿਰ ਨਾਵੇਂ ਪਾਤਸ਼ਾਹ ਜੀ ਨੇ ਲੰਮਾ ਸਮਾਂ ਤਪੱਸਿਆ ਕੀਤੀ ਹੈ। ਤੋ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਰੁਮਾਲ, ਸ਼ਸਤਰ ਆਦਿਕ ਬਖਸ਼ਿਸ਼ ਕੀਤੇ ਸਨ। ਉਹੀ ਸ਼ਸਤਰ ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ੂਰ ਸਾਹਿਬ ਤੋਂ ਮਾਤਾ ਸਾਹਿਬ ਦੇਵਾਂ ਨੂੰ ਬਖਸ਼ਿਸ਼ ਕਰਕੇ ਦਿੱਲੀ ਭੇਜਿਆ ਸੀ। ਸੋ ਸਤਿਗੁਰਾਂ ਨੇ ਕਿਹਾ ਸੀ, ਸਮਾਂ ਆਵੇਗਾ ਤੇਰਾ ਪੁੱਤਰ ਨਾਵੇਂ ਜਾਮੇ ਵਿੱਚ ਇਸੇ ਗੱਦੀ ਦੇ ਉੱਤੇ ਬਿਰਾਜਮਾਨ ਹੋਵੇਗਾ, ਚਿੰਤਾ ਨਾ ਕਰੋ, ਸਮਾਂ ਮੰਗ ਕਰਦਾ ਹੈ। ਸੋ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਜਿਨ੍ਹਾਂ ਨੇ 2200 ਘੋੜ ਸਵਾਰ ਗੁਰੂ ਘਰ ਦੀ ਮਰਿਆਦਾ, ਬਾਗ ਲਵਾਉਣੇ, ਜੀਵਾਂ ਦੀ ਸੇਵਾ ਸੰਭਾਲ, ਉਸੇ ਤਰ੍ਹਾਂ ਹੀ ਗੁਰੂ ਨਾਨਕ ਦੀ ਮਰਿਆਦਾ ਨੂੰ ਅੱਗੇ ਤੋਰਿਆ। ਰਹੋ ਵਿਚਾਰ। ਸੋ ਆਓ ਅੱਜ ਦਾ ਪਾਵਨ ਜੋ ਸ਼ਬਦ ਹੈ, ਪਾਵਨ ਅੰਗ 1166 ਅਤੇ 67 'ਤੇ ਸੁਭਾਇਮਾਨ ਹੈ। ਕੱਲ੍ਹ ਦੇ ਸ਼ਬਦ ਵਿੱਚ ਆਪਾਂ ਸਾਖੀ ਰੂਪ ਦੇ ਵਿੱਚ ਸ਼ਬਦ ਸਰਵਣ ਕੀਤਾ ਹੈ। ਜਿਹੜੇ ਭਾਈ ਕਹਿ ਦਿੰਦੇ ਆ ਜੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ ਗੱਲ ਨਾ ਸੁਣਾਓ, ਅੰਦਰੋਂ ਹੀ ਸੁਣਾਓ, ਉਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਨੀ ਹੈ ਤਾਂ ਉਦੋਂ ਬਾਹਰਲੇ ਗ੍ਰੰਥਾਂ ਦੀ ਲੋੜ ਪੈਣੀ ਹੈ, ਨਹੀਂ ਤਾਂ ਨਹੀਂ ਹੋਵੇਗੀ। ਕਿਉਂਕਿ ਇੱਥੇ ਬਹੁਤ ਸਾਰੀਆਂ ਗੱਲਾਂ ਸਤਿਗੁਰੂ ਜੀ ਨੇ ਢੂਕ ਮਾਤਰੀ ਕਹੀਆਂ ਨੇ। ਹੁਣ ਇਹ ਜਿਹੜੀ ਸਾਖੀ ਆਪਾਂ ਕੱਲ੍ਹ ਸਰਵਣ ਕੀਤੀ ਹੈ, ਸ਼ਬਦ ਪੂਰਾ ਇਹ ਇਤਿਹਾਸ ਦੇ ਨਾਲ ਹੀ ਸੰਬੰਧ ਰੱਖਦਾ ਹੈ, ਸਾਖੀ ਰੂਪ ਦੇ ਵਿੱਚ ਹੀ ਹੈ। ਸੋ ਅੱਜ ਦਾ ਜੋ ਪਾਵਨ ਸ਼ਬਦ ਹੈ, ਇਹਦੇ ਵਿੱਚ ਵੀ 3-4 ਸਾਖੀਆਂ ਦਾ ਜ਼ਿਕਰ ਇਹਦੇ ਵਿੱਚ ਵੀ ਆ ਜਾਂਦਾ ਹੈ। ਅੱਗੇ ਚੱਲ ਕੇ ਵਿਚਾਰਨ ਦਾ ਯਤਨ ਕਰਾਂਗੇ। ਸੋ ਪਾਵਨ ਸ਼ਬਦ ਦੇ ਅੰਦਰ ਭਗਤ ਨਾਮਦੇਵ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਕਿ ਜੇਕਰ ਗੁਰੂ ਪ੍ਰਸੰਨ ਹੋ ਜਾਵੇ, ਜੇਕਰ ਗੁਰੂ ਮਿਲ ਪਵੇ ਤਾਂ ਕੀ ਬਖਸ਼ਾਂ ਜੀਵ ਨੂੰ ਪ੍ਰਾਪਤ ਹੁੰਦੀਆਂ ਨੇ। ਅਕਸਰ ਹੀ ਆਪਾਂ ਸ਼ਬਦ ਪੜ੍ਹਦੇ ਹਾਂ, ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀਐ, ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀਐ, ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ, ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇਹਾ, ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ, ਸਤਿਗੁਰ ਹੋਏ ਦਇਆਲ ਤਾਂ ਨਵਨਿਧ ਪਾਈਐ, ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਐ। ਬਿਲਕੁਲ ਉਸੇ ਸ਼ਬਦ ਦੀ ਵਿਆਖਿਆ ਸਰੂਪ ਹੀ ਹੈ ਇਹ ਪਾਵਨ ਸ਼ਬਦ। ਬਾਣੀ ਦੇ ਅਰਥ ਬਾਣੀ ਦੇ ਵਿੱਚ ਹੀ ਪਏ ਹੋਏ ਨੇ। ਸੋ ਜੇਕਰ ਗੁਰੂ ਪ੍ਰਸੰਨ ਹੋ ਜਾਵੇ, ਗੁਰਦੇਵ ਬਖਸ਼ਿਸ਼ ਕਰ ਦੇਵੇ, ਤਾਂ ਫਿਰ ਕੀ ਬਖਸ਼ਾਂ ਪ੍ਰਾਪਤ ਹੁੰਦੀਆਂ ਹਨ। ਘਰ ਦੂਜਾ ਜੋ ਗੁਰਦੇਵ ਤਾਂ ਮਿਲੈ ਮੁਰਾਰ। ਮੁਰਾਰ ਸ਼ਬਦ ਪਰਮੇਸ਼ਰ ਵਾਸਤੇ ਹੈ, ਮੁਰ ਰਾਖਸ਼ ਨੂੰ ਮਾਰਨ ਵਾਲਾ।
ਇਸ ਕਰਕੇ ਉਹਨੂੰ ਭਗਤਾਂ ਨੇ ਮੁਰਾਰੀ ਕਹਿ ਦਿੱਤਾ। ਜੇ ਗੁਰਦੇਵ ਮਿਲ ਪਵੇ, ਗੁਰੂ ਪ੍ਰਸੰਨ ਹੋ ਜਾਵੇ, ਗੁਰੂ ਦੇ ਨਾਲ ਭੇਂਟ ਹੋ ਜਾਵੇ। ਇੱਕ ਤਾਂ ਸਾਧ ਸੰਗਤ ਆਪਾਂ ਬਾਹਰੀ ਤੌਰ 'ਤੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਾਂ, ਇੱਕ ਅੰਦਰੋਂ ਮਿਲਾਪ ਹੈ, ਸੁਰਤ ਕਰਕੇ, ਸ਼ਬਦ ਕਰਕੇ। ਇਹਦੇ ਵਿੱਚ ਬੜਾ ਅੰਤਰ ਹੈ। ਇੱਕ ਆਪਾਂ ਬਾਹਰ ਸੇਵਾ ਕਰਦੇ ਹਾਂ, ਜਿਹੜੀ ਬਾਹਰ ਆਪਾਂ ਸੇਵਾ ਕਰਦੇ ਨਾ, ਲੰਗਰ ਦੀ ਸੇਵਾ, ਭਾਂਡੇ ਮਾਂਜਣੇ, ਚੌਰ ਸਾਹਿਬ ਕਰਨਾ, ਪਾਠ ਕਰਨਾ, ਇਹ ਸਾਰੀਆਂ ਸੇਵਾਵਾਂ ਹੀ ਨੇ। ਜੋੜਿਆਂ ਦੀ ਸੇਵਾ, ਇਹਨੂੰ ਸੇਵਾ ਸੰਭਾਲ ਕਹਿੰਦੇ ਹੈ। ਪਰ ਅਸਲ ਸੇਵਾ ਕੀ ਹੈ? ਗੁਰ ਕੀ ਸੇਵਾ ਸ਼ਬਦ ਵਿਚਾਰ, ਹਉਮੈ ਮਾਰੈ ਕਰਨੀ ਸਾਰ। ਉਹ ਗੁਰੂ ਦੀ ਸੇਵਾ, ਅਸਲ ਸੇਵਾ ਹੈ ਸ਼ਬਦ ਦੀ ਵਿਚਾਰ ਕਰਕੇ ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਦੇ ਵਿੱਚ ਵਸਾਉਣਾ। ਬਾਹਰਲੀਆਂ ਸੇਵਾਵਾਂ ਵੀ ਆਪਾਂ ਤਾਂ ਹੀ ਕਰਦੇ ਹਾਂ ਤਾਂ ਕਰਕੇ ਅੰਦਰਲੀ ਸੇਵਾ ਦੀ ਦਾਤ ਸਾਨੂੰ ਮਿਲ ਸਕੇ, ਸਾਡਾ ਮਨ ਅੰਦਰੋਂ ਸੇਵਾ ਕਰਨ ਲੱਗ ਜਾਵੇ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਚਿੱਤ ਜੁੜ ਜਾਵੇ, ਲਿਵ ਜੁੜ ਜਾਵੇ, ਸੁਰਤ ਜੁੜ ਜਾਵੇ, ਬਸ ਸਾਰਾ ਮਨੋਰਥ ਇੱਥੇ ਹੀ ਖੜਾ ਹੈ। ਬਾਣੀ ਪੜ੍ਹਨੀ, ਵਿਚਾਰਨੀ, ਕੀਰਤਨ ਸੁਣਨਾ, ਸੇਵਾ ਕਰਨੀ, ਭਾਂਡੇ ਮਾਂਜਣੇ, ਇਹ ਸਭ ਕਾਸੇ ਦੇ ਪਿੱਛੇ ਇੱਕੋ ਹੀ ਮਨੋਰਥ ਹੈ। ਮਨ ਸਥਿਰ ਹੋ ਕੇ ਆਪਣੇ ਅਸਲ ਰੂਪ ਵਿੱਚ ਆ ਜਾਵੇ, ਮਾਲਕ ਨਾਲ ਜੁੜ ਜਾਵੇ। ਸੋ ਇਸ ਕਰਕੇ ਸੇਵਾਵਾਂ ਸਾਰੀਆਂ ਹੀ ਸਰਬੋਤਮ ਹਨ, ਫਲ ਸਾਰੀਆਂ ਹੀ ਸੇਵਾਵਾਂ ਵਿੱਚੋਂ ਮਿਲਦੇ ਹੈ। ਤੋ ਸਾਧ ਸੰਗਤ, ਸੰਗਤ ਦੀਆਂ ਸੇਵਾਵਾਂ ਬੜੀਆਂ ਉੱਤਮ ਸੇਵਾਵਾਂ ਨੇ। ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ, ਸਾਧ ਸੰਗਤ ਕਰ ਸੇਵ ਸੁਖ ਫਲ ਪਾਇਆ। ਤੱਪੜ ਝਾੜ ਵਿਛਾਏ ਧੂੜੀ ਨਹਾਇਆ, ਕੋਰੇ ਮੱਟ ਅਣਾਏ ਨੀਰ ਭਰਾਇਆ। ਆਣ ਮਹਾਂ ਪ੍ਰਸ਼ਾਦ ਵੰਡ ਖਵਾਇਆ। ਸਤਿਗੁਰੂ ਨੇ ਸਿੱਖ ਨੂੰ ਗੁਰਸਿੱਖਾਂ ਦੀ ਸੇਵਾ ਵਿੱਚ ਲਾ ਦਿੱਤਾ ਹੈ। ਸਾਧ ਸੰਗਤ ਦੀ ਸੇਵਾ ਕਰਕੇ ਸਿੱਖ ਸੁੱਖ ਫਲ ਆਤਮ ਸੁੱਖ ਪ੍ਰਾਪਤ ਕਰਦਾ ਹੈ। ਤੱਪੜ ਝਾੜਨੇ ਅਤੇ ਝਾੜ ਕੇ ਵਿਛਾਉਣੇ, ਜਿਹੜੀ ਧੂੜੀ ਸਰੀਰ 'ਤੇ ਪੈਂਦੀ ਹੈ, ਜਨਮਾਂ ਜਨਮਾਂ ਦੇ ਰੋਗ ਅਤੇ ਦੁੱਖ ਕੱਢ ਦਿੰਦੀ ਹੈ। ਸਾਧ ਸੰਗਤ ਦੀ ਧੂੜ ਬਾਰ-ਬਾਰ ਮੰਗੀ ਹੈ ਸਤਿਗੁਰੂ ਜੀ ਨੇ। ਸੋ ਇਸੇ ਤਰ੍ਹਾਂ ਹੀ ਸਾਧ ਸੰਗਤ ਦੇ ਜੋੜਿਆਂ ਦੀ ਸੇਵਾ ਹੈ। ਜਿੱਥੇ ਸੰਗਤ ਦੇ ਜੋੜੇ ਆ ਕੇ ਟਿਕਦੇ ਨੇ ਨਾ, ਉਹਨੂੰ ਸੇਵਾ ਕਰਨ ਵਾਲੇ ਜਾਣਦੇ ਨੇ ਉਹਦੇ ਵਿੱਚੋਂ ਕੀ ਆਨੰਦ ਹੈ, ਕੀ ਰਸ ਹੈ। ਸੋ ਇਸੇ ਤਰ੍ਹਾਂ ਹੀ ਲੰਗਰਾਂ ਦੀ ਸੇਵਾ ਹੈ। ਪਾਣੀ ਪੱਖਾ ਫੇਰ ਦਾਸ ਕੈ ਹੋਏ ਨਿਹਾਲ। ਇਸੇ ਤਰ੍ਹਾਂ ਹੀ ਸੇਵਾਵਾਂ ਨੇ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਸੋ ਰਹੋ ਵਿਚਾਰ। ਪਾਤਸ਼ਾਹ ਜੀ ਕਹਿੰਦੇ ਗੁਰੂ ਪ੍ਰਸੰਨ ਹੋ ਜਾਵੇ ਤਾਂ ਮੁਰਾਰ ਰੱਬ ਮਿਲ ਪੈਂਦਾ ਹੈ, ਪਰਮੇਸ਼ਰ ਮਿਲ ਪੈਂਦਾ ਹੈ। ਜੋ ਗੁਰਦੇਵ ਤਾਂ ਉਤਰੈ ਪਾਰ, ਪਾਰ ਜਾ ਕੇ ਉਤਰ ਜਾਈਦਾ, ਸੰਸਾਰ ਰੂਪੀ ਸਮੁੰਦਰ ਨੂੰ ਪਾਰ ਕਰ ਜਾਈਦਾ। ਸੁਣਿਆ ਹਾਥ ਹੋਵੇ ਅਸਗਾਹ, ਜਿਹੜਾ ਸਮੁੰਦਰ ਹੈ ਨਾ, ਇਹ ਹੱਥ ਭਾਰੀ ਹੋ ਜਾਂਦਾ, ਜਿਵੇਂ ਛੋਟੀ ਜਿਹੀ ਖਾਲੀ ਟੱਪਣੀ ਹੋਵੇ। ਜਿਹੜੇ ਨਾਮ ਨਾਲ ਜੁੜ ਜਾਂਦੇ ਹਨ ਉਹਨਾਂ ਵਾਸਤੇ ਸਮੁੰਦਰ ਕੀ ਹੈ? ਹੱਥ ਭਾਰੀ ਹੈ। ਆਉਣ ਜਾਣ ਉਹਨਾਂ ਦਾ ਮਿਲ ਜਾਂਦਾ ਹੈ, ਸਹਿਜੇ ਆਉਣਾ ਅਤੇ ਸਹਿਜੇ ਜਾਣਾ ਬਣ ਜਾਂਦਾ ਹੈ। ਨਾਮ ਨਾਲ ਜੁੜੇ ਹੋਏ ਆਤਮ ਗਿਆਨੀ ਜਿਹੜੇ ਨੇ, ਉਹ ਸਰੀਰ ਕਰਕੇ ਭਾਵੇਂ ਸੰਸਾਰ ਵਿੱਚ ਜਿਉਂਦੇ ਨੇ, ਸੁਰਤ ਕਰਕੇ ਨਿਰੰਕਾਰ ਦੇ ਘਰ ਵਿੱਚ ਰਹਿੰਦੇ ਨੇ। ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼। ਤਿੱਥੈ ਊਂਗ ਨਾ ਭੁੱਖ ਹੈ, ਤਿਹ ਅੰਮ੍ਰਿਤ ਨਾਮ ਸੁਖ ਵਾਸ। ਉਹਨਾਂ ਦਾ ਮਨ ਜਿਹੜਾ ਹੈ ਦਸਵੇਂ ਆਕਾਸ਼, ਦਸਮ ਦੁਆਰ ਵਿੱਚ, ਜਿੱਥੇ ਨਿਰੰਕਾਰ ਦਾ ਵਾਸ ਹੈ, ਉੱਥੇ ਪਹੁੰਚ ਜਾਂਦਾ ਹੈ। ਸੋ ਇਸ ਕਰਕੇ ਜੇ ਗੁਰੂ ਮਿਲ ਪਵੇ ਤਾਂ ਬਖਸ਼ਿਸ਼ ਮਿਲਦੀ ਹੈ, ਤਾਂ ਜਾ ਕੇ ਪਾਰ ਉਤਾਰਾ ਹੁੰਦਾ ਹੈ। ਜੋ ਗੁਰਦੇਵ ਤਾਂ ਬੈਕੁੰਠ ਤਰੈ। ਬੈਕੁੰਠ ਬਾਰੇ ਪਿੱਛੇ ਭਗਤ ਕਬੀਰ ਸਾਹਿਬ ਜੀ ਦੇ ਸ਼ਬਦਾਂ 'ਚ ਆਪਾਂ ਵਿਆਖਿਆ ਵਿਸਥਾਰ ਨਾਲ ਸ਼ਰਵਣ ਕੀਤੀ ਹੈ। ਬੈਕੁੰਠ ਨਗਰ ਜਹਾਂ ਸੰਤ ਵਾਸਾ। ਕਬੀਰ ਜੀ ਕਹਿੰਦੇ ਅਸਲ ਬੈਕੁੰਠ ਹੈ ਸਾਧ ਸੰਗਤ ਬੈਕੁੰਠੇ ਆਹੇ। ਸਾਧ ਸੰਗਤ ਹੀ ਬੈਕੁੰਠ ਹੈ, ਦੁਨੀਆ ਬੈਕੁੰਠ ਬੈਕੁੰਠ ਕਰਦੀ ਹੈ। ਪਰ ਬੈਕੁੰਠ ਉਹ ਹੈ ਜਿੱਥੇ ਪ੍ਰਭੂ ਦੇ ਨਾਮ ਦਾ ਪ੍ਰਵਾਹ ਚੱਲਦਾ ਹੈ, ਚਾਹੇ ਇਹ ਲੋਕ ਹੈ ਅਤੇ ਚਾਹੇ ਪਰਲੋਕ ਹੈ। ਤੋ ਬੈਕੁੰਠ ਤਰੈ, ਬੈਕੁੰਠ ਤੋਂ ਵੀ ਪਾਰ ਲੰਘ ਜਾਂਦਾ ਹੈ ਜੇ ਗੁਰੂ ਮਿਲ ਜਾਵੇ ਤਾਂ। ਕਿਉਂਕਿ ਸਿੱਖ ਦੀ ਮੰਜ਼ਿਲ ਸਵਰਗ ਜਾਂ ਬੈਕੁੰਠ ਨਹੀਂ। ਸਿੱਖ ਦੀ ਮੰਜ਼ਿਲ ਕਿਹੜੀ ਹੈ? ਸੋ ਦਰ ਕੇਹਾ
ਸੋ ਘਰ ਕੇਹਾ ਜਿਤ ਬੈ ਸਰਬ ਸੰਭਾਲੇ। ਸਿੱਖ ਸੋ ਦਰ ਦਾ ਨਿਵਾਸੀ ਹੈ, ਗੁਰਪੁਰੀ ਦਾ ਨਿਵਾਸੀ ਹੈ। ਸਤਿਗੁਰੂ ਜੀ ਨੇ ਬਚਨ ਕੀਤੇ, ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ। ਜੀਵਤ ਰਹਿ ਤਾਂ ਰਾਜ ਕਮਾਵੇ, ਮਰੈ ਤਾਂ ਗੁਰਪੁਰ ਜਾਈ। ਆਪਾਂ ਵੈਸੇ ਕਹਿ ਦਿੰਦੇ ਫਲਾਨਾ ਸਿੱਖ ਸਵਰਗ ਸੁਧਾਰ ਗਿਆ। ਸਵਰਗ ਸ਼ਬਦ ਸਾਡਾ ਨਹੀਂ ਹੈ, ਸਵਰਗ ਦੀ ਗੱਲ ਕੋਈ ਹੋਰ ਹੈ। ਸਿੱਖ ਗੁਰਪੁਰੀ ਪਿਆਨਾ ਕਰ ਗਿਆ, ਅਕਾਲ ਚਲਾਣਾ ਕਰ ਗਿਆ, ਇਹ ਸ਼ਬਦ ਵਰਤੇ ਜਾਂਦੇ ਨੇ ਜਿਹੜੇ ਸਿੱਖੀ ਮਰਿਆਦਾ ਦੇ ਅੰਦਰ ਆਉਂਦੇ ਨੇ। ਸੋ ਰਹੋ ਵਿਚਾਰ, ਗੁਰੂ ਮਿਲ ਪਵੇ ਤਾਂ ਬੈਕੁੰਠ ਨੂੰ ਵੀ ਤਰ ਜਾਂਦਾ ਹੈ, ਬੈਕੁੰਠ ਤੋਂ ਵੀ ਉੱਪਰ ਚਲਿਆ ਜਾਂਦਾ ਹੈ, ਮਾਲਕ ਦੇ ਘਰ ਪਹੁੰਚ ਜਾਂਦਾ ਹੈ। ਜੋ ਗੁਰਦੇਵ ਤਾਂ ਜੀਵਤ ਮਰੈ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਜੀਵਤ ਭਾ ਤੋਂ ਮਰਨਾ, ਮਿਰਤਕ ਭੈ ਦਸੇ ਬੰਦ ਛੂਟੇ, ਮਿੱਤਰ ਭਾਈ ਸਭ ਛੋਰੇ। ਕਹਿਤ ਕਬੀਰਾ ਜੋ ਹਰ ਧਿਆਵੇ, ਜੀਵਤ ਬੰਧਨ ਤੋਰੇ। ਜਿਉਂਦੇ ਮਰ ਜਾਣਾ, ਮਨ ਕਰਕੇ ਮਰ ਜਾਣਾ। ਕਬੀਰ ਐਸਾ ਏਕ ਆਦ, ਜੀਵਤ ਮਿਰਤਕ ਹੋਏ। ਤੋ ਗੁਰੂ ਮਿਲੇ ਤਾਂ ਮਨ ਮਰਦਾ ਹੈ, ਜੀਵਤ ਮਰੇ। ਸਤ 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 ਗੁਰਦੇਵ, ਗੁਰੂ ਸਦਾ ਵਾਸਤੇ ਹੀ ਸਤ ਸਰੂਪ ਹੈ। ਇਸ ਕਰਕੇ ਭਾਈ ਸਤਿਗੁਰੂ ਦੇਵ ਦੀ ਸੇਵਾ ਕਰਨੀ ਚਾਹੀਦੀ ਹੈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਝੂਠ 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 ਆਣ ਸਭ ਸੇਵ। ਤੋ ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਬਾਕੀ ਸਾਰੀ ਸੇਵਾ ਜਿਹੜੀ ਹੈ ਨਾ ਗੁਰੂ ਨੂੰ ਛੱਡ ਕੇ, ਉਹ ਝੂਠ ਹੈ, ਝੂਠ ਹੈ, ਝੂਠ ਹੈ, ਝੂਠ ਹੈ। 4 ਵਾਰੀ ਕਿਹਾ ਉਹਨਾਂ ਨੇ, ਭਾਵ ਵਿਅਰਥ ਹੈ। ਅਸਲ ਵਿੱਚ ਸਤਿਗੁਰੂ ਦੇਵ ਦੀ ਸੇਵਾ ਹੀ ਸਰਵੋਤਮ ਸੇਵਾ ਹੈ, ਬਾਕੀ ਸਭ ਝੂਠ ਹੈ। ਜੋ ਗੁਰਦੇਵ ਤਾਂ ਨਾਮ ਦ੍ਰਿੜਾਵੈ, ਗੁਰੂ ਪ੍ਰਸੰਨ ਹੋ ਜਾਵੇ ਤਾਂ ਨਾਮ ਦ੍ਰਿੜ ਕਰਵਾਉਂਦਾ ਹੈ। ਹਰ ਨਾਮੋ ਮੰਤਰ ਦ੍ਰਿੜਾਇਂਦਾ, ਕੱਟੇ ਹੋਂ ਮੈਂ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਜੋ ਗੁਰਦੇਵ ਨਾ ਦਹਿ ਦਿਸ ਧਾਵੈ, ਜੇ ਗੁਰੂ ਮਿਲ ਪਵੇ ਪ੍ਰਸੰਨ ਹੋ ਜਾਵੇ ਤਾਂ ਮਨ ਦਸੀ ਦਿਸ਼ਾ ਵਿੱਚ, ਦਸੋ ਦਿਸ਼ਾ ਵਿੱਚ ਦਹਿ ਦਿਸ ਦੌੜਦਾ ਨਹੀਂ ਹੈ। ਜੋ ਗੁਰਦੇਵ ਪੰਚ ਤੇ ਦੂਰ, ਗੁਰੂ ਮਿਲ ਪਵੇ ਅੰਤਰਾਤਮੇ ਤਾਂ ਪੰਜਾਂ ਤੋਂ ਦੂਰ ਕਰ ਦਿੰਦਾ ਹੈ, ਵਿਕਾਰਾਂ ਤੋਂ ਵਿੱਥ ਪਾ ਦਿੰਦਾ ਹੈ, ਪਰੇ ਕਰ ਦਿੰਦਾ ਹੈ। ਜੋ ਗੁਰਦੇਵ ਨਾ ਮਰਬੋ ਝੂਰ, ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀਏ। ਗੁਰੂ ਮਿਲ ਪਵੇ ਤਾਂ ਫਿਰ ਮਨੁੱਖ ਝੂਰ ਝੂਰ ਕੇ ਨਹੀਂ ਮਰਦਾ, ਆਨੰਦ ਦੀ ਮੌਤ ਮਰਦਾ ਹੈ। ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ। ਕਿਆ ਜਾਣਾ ਕਿ ਮਰਹਿੰਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਸੌਖੀ ਮੌਤ ਆਉਂਦੀ ਹੈ, ਝੂਰ ਝੂਰ ਕੇ ਨਹੀਂ ਮਰਦਾ। ਜੋ ਗੁਰਦੇਵ ਤਾਂ ਅੰਮ੍ਰਿਤ ਬਾਣੀ, ਗੁਰੂ ਮਿਲੇ ਤਾਂ ਜਿਹੜੇ ਬਚਨ ਹੈ ਸਾਡੇ ਮੂੰਹ ਤੋਂ ਨਿਕਲਣ ਵਾਲੇ ਅੰਮ੍ਰਿਤ ਰੂਪ ਬਣ ਜਾਂਦੇ ਨੇ। ਜੋ ਗੁਰਦੇਵ ਤਾਂ ਅਕਥ ਕਹਾਣੀ, ਗੁਰੂ ਮਿਲੇ ਤਾਂ ਉਹ ਅਕਥ ਪ੍ਰਭੂ ਨੂੰ ਕਥ ਕੇ ਕਹਾਣੀਆਂ ਕਰ ਕਰਕੇ ਸਿੱਖ ਨੂੰ ਸਮਝਾ ਦਿੰਦਾ ਹੈ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ। ਗੁਰੂ ਅਮਰਦਾਸ ਜੀ ਆਵਾਜ਼ਾਂ ਮਾਰਦੇ ਵੀ ਆਓ ਸੰਤ ਪਿਆਰਿਓ, ਆਓ ਸਿੱਖੋ, ਆਓ ਮਿਲ ਕੇ ਕੱਥ ਦੀਆਂ ਕਥਾ ਕਹਾਣੀਆਂ ਕਰੀਏ। ਆਵੋ ਭੈਣੇ ਗਲ ਮਿਲੈ, ਅੰਕ ਸਹੇਲੜੀਆਂ, ਮਿਲ ਕੇ ਕਰਹਿ ਕਹਾਣੀਆਂ, ਸਮਰੱਥ ਕੰਤ ਕੀਆਂ। ਸੱਚੇ ਸਾਹਿਬ ਸਭ ਗੁਣ ਔਗੁਣ ਸਭ ਅਸਾਂ। ਉਸ ਅਕਥ ਦੀ ਕਹਾਣੀ ਦ੍ਰਿੜ ਕਰਵਾਉਂਦਾ ਹੈ। ਜੋ ਗੁਰਦੇਵ ਤਾਂ ਅੰਮ੍ਰਿਤ ਦੇ, ਗੁਰੂ ਮਿਲ ਪਵੇ ਤਾਂ ਦੇਹੀ ਜਿਹੜੀ ਹੈ ਸਰੀਰ ਅੰਮ੍ਰਿਤ ਰੂਪੀ ਬਣ ਜਾਂਦਾ ਹੈ, ਵਿਕਾਰਾਂ ਤੋਂ ਬਚ ਜਾਂਦਾ ਹੈ। ਜੋ ਗੁਰਦੇਵ ਨਾਮ ਜਪ ਲੈ, ਗੁਰੂ ਦੀ ਭੇਟ ਹੁੰਦੀ ਹੈ ਤਾਂ ਜੀਵ ਨਾਮ ਜਪਣ ਲੱਗ ਜਾਂਦਾ ਹੈ। ਜੋ ਗੁਰਦੇਵ ਭਵਨ ਤਰੈ ਸੂਝੈ, ਗੁਰੂ ਦੇ ਮਿਲਾਪ ਨਾਲ 3 ਭਵਨਾਂ ਦੀ ਸੋਝੀ ਹੋ ਜਾਂਦੀ ਹੈ। 3 ਭਵਨਾਂ ਦੀ, 3 ਕਾਲਾਂ ਦੀ, ਲੰਘ ਗਿਆ ਅੱਜ ਦਾ ਆਉਣ ਵਾਲਾ, ਇਹ ਸੋਝੀ ਗੁਰੂ ਬਖਸ਼ਿਸ਼ ਕਰ ਦਿੰਦਾ ਹੈ। ਜੋ ਗੁਰਦੇਵ ਊਚ ਪਦ ਬੂਝੈ, ਉੱਚ ਪਦਵੀ ਕੀ ਹੈ, ਚੌਥਾ ਪਦ ਕੀ ਹੈ, ਸਹਿਜ ਅਵਸਥਾ ਕੀ ਹੈ। ਗੁਰਦੇਵ ਦੇ ਮਿਲਾਪ ਦੇ ਵਿੱਚੋਂ ਹੀ ਸੋਝੀ ਆਉਂਦੀ ਹੈ।
ਜੋ ਗੁਰਦੇਵ ਤਾਂ ਸੀਸ ਆਕਾਸ। ਗੁਰਦੇਵ ਮਿਲ ਪਵੇ ਤਾਂ ਸੀਸ ਆਕਾਸ ਦਾ ਭਾਵ ਦਸਵਾਂ ਦੁਆਰ ਖੁੱਲ੍ਹ ਜਾਂਦਾ ਹੈ। ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ। ਤੋ ਸੀਸ ਆਕਾਸ, ਸੁਰਤ ਆਕਾਸ਼ ਵਿੱਚ ਭਾਵ ਦਸਵੇਂ ਆਕਾਸ਼ ਵਿੱਚ ਜੁੜ ਜਾਂਦੀ ਹੈ। ਜੋ ਗੁਰਦੇਵ ਸਦਾ ਸਾਬਾਸ। ਗੁਰੂ ਮਿਲੇ ਤਾਂ ਸਾਧ ਸੰਗਤ ਸਦਾ ਹੀ ਵਡਿਆਈਆਂ ਮਿਲਦੀਆਂ ਨੇ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜੋ ਗੁਰਦੇਵ ਸਦਾ ਬੈਰਾਗੀ। ਗੁਰਦੇਵ ਦੇ ਮਿਲਾਪ ਨਾਲ ਸਿੱਖ ਜਗਤ ਵਿੱਚ ਰਹਿੰਦਾ ਹੋਇਆ ਮਾਇਆ ਤੋਂ ਵਿਰਕਤ ਹੋ ਜਾਂਦਾ ਹੈ। ਸੁਰਤ ਕਰਕੇ ਬੈਰਾਗ ਧਾਰਨ ਕਰ ਲੈਂਦਾ ਹੈ। ਜੋ ਗੁਰਦੇਵ ਪਰ ਨਿੰਦਾ ਤਿਆਗੀ। ਪੂਰਨ ਗੁਰੂ ਮਿਲ ਪਵੇ ਤੇ ਪਰਾਈ ਨਿੰਦਾ ਤੋਂ ਹਟਾ ਦਿੰਦਾ ਹੈ। ਸਮਝਾ ਦਿੰਦਾ ਹੈ ਸਿੱਖ ਨੂੰ ਕਿ ਨਿੰਦਾ ਕਰਨੀ ਠੀਕ ਨਹੀਂ, ਨਿੰਦਾ ਭਲੀ ਕਿਸੇ ਕੀ ਨਾਹੀ। ਮਨਮੁਖ ਮੁਗਧ ਕਰਨ, ਮੋਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ। ਮਨਮੁਖ ਅੰਧੇ ਸੁਧ ਨਾ ਕਾਈ, ਆਤਮ ਘਾਤੀ ਹੈ ਜਗਤ ਕਸਾਈ। ਨਿੰਦਾ ਕਰ ਕਰ ਬਹੁ ਭਾਰ ਉਠਾਵਹਿ, ਬਿਨ ਮਜੂਰੀ ਭਾਰ ਪਹੁੰਚਾਵਣਿਆ। ਪਰ ਨਿੰਦਾ ਪਰ ਮਲਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਗੁਰੂ ਸਮਝਾਉਂਦਾ ਹੈ ਪਰਾਈ ਨਿੰਦਿਆ, ਪਰਾਈ ਮੈਲ ਚੱਟਣ ਦੇ ਤੋਲੇ ਨਹੀਂ ਕਰਨੀ ਚਾਹੀਦੀ ਭਾਈ। ਨਿੰਦਾ ਜਿਹੜੀ ਹੈ ਉਹ ਸਾਰੇ ਕਰਮ ਧਰਮ ਨਸ਼ਟ ਕਰ ਦਿੰਦੀ ਹੈ। ਕੀਤਾ ਹੋਇਆ ਸਿਮਰਨ ਸੇਵਾ ਵਿਅਰਥ ਚਲਿਆ ਜਾਂਦਾ ਹੈ। ਫਿਰ ਗੁਰੂ ਸਮਝਾ ਦਿੰਦਾ ਹੈ ਪਰ ਨਿੰਦਾ ਤਿਆਗੀ। ਜੋ ਗੁਰਦੇਵ ਬੁਰਾ ਭਲਾ ਏਕ। ਗੁਰੂ ਮਿਲ ਪਵੇ ਤਾਂ ਸਿੱਖ ਸਮਦ੍ਰਿਸ਼ਟਾ ਹੋ ਜਾਂਦਾ ਹੈ। ਬੁਰਿਆਂ ਨਾਲ ਭਲਿਆਂ ਨਾਲ ਇੱਕੋ ਜਿਹਾ ਵਿਵਹਾਰ ਕਰਨ ਦੀ ਜਾਚ ਆ ਜਾਂਦੀ ਹੈ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਣ ਆਈ। ਜੋ ਗੁਰਦੇਵ ਲਿਲਾਟਹਿ ਲੇਖ। ਲਿਲਾਟ ਕਹਿੰਦੇ ਨੇ ਮੱਥੇ ਨੂੰ। ਗੁਰੂ ਮਿਲ ਪਵੇ ਤਾਂ ਮੱਥੇ ਦੇ ਲੇਖ ਬਦਲ ਜਾਂਦੇ ਹਨ। ਇਹੀ ਥਾਂ ਹੈ ਸਾਧ ਸੰਗਤ ਲੇਖ ਬਦਲਣ ਵਾਲਾ। ਬਦਲ ਜਾਂਦੇ ਨੇ ਜਿਵੇਂ ਮੋਹਰ ਦੇ ਅੱਖਰ ਜਦੋਂ ਕਾਗਜ਼ 'ਤੇ ਲੱਗਦੀ ਹੈ ਤਾਂ ਸਿੱਧੇ ਹੋ ਜਾਂਦੇ ਹੈ। ਇਵੇਂ ਮੱਥਾ ਸਦ ਬਲਿਹਾਰੀ ਤਿਨਾਂ ਜੇ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਭਾਵਹਿ ਪ੍ਰਭ ਮੱਥਾ। ਜਿਹੜਾ ਮੱਥਾ ਰੋਜ਼ ਚਰਨਾਂ 'ਚ ਟਿਕਦਾ ਆ ਕੇ, ਜਿੱਥੇ ਸਾਧ ਸੰਗਤ ਦੀ ਚਰਨ ਧੂੜ ਹੈ, ਲੱਗਦਿਆਂ ਲੱਗਦਿਆਂ ਲੇਖ ਬਦਲ ਜਾਂਦੇ ਨੇ। ਜ਼ਰੂਰ ਬਦਲਦੇ ਨੇ, ਅਵੱਸ਼ ਬਦਲਦੇ ਨੇ। ਬਦਲ ਕੇ ਦੇਖ ਲੈਣਾ, ਜ਼ਰੂਰ ਬਦਲਣਗੇ, ਪਰ ਨਿਸ਼ਚੇ ਨਾਲ ਜੁੜੇ ਰਹਿਣਾ। ਜੋ ਗੁਰਦੇਵ ਕੰਧ ਨਹੀਂ ਹਿਰੈ। ਕੰਧ ਦਾ ਭਾਵ ਹੈ ਸਰੀਰ। ਗੁਰੂ ਮਿਲ ਪਵੇ ਤਾਂ ਮਨੁੱਖ ਵਿਕਾਰਾਂ ਤੋਂ ਬਚ ਜਾਂਦਾ। ਜਿਹੜਾ ਵਿਕਾਰਾਂ ਵਿੱਚ ਪੈ ਕੇ ਸਰੀਰ ਨਾਸ਼ ਹੁੰਦਾ ਹੈ ਨਸ਼ਿਆਂ ਦੇ ਨਾਲ। ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਜਿਉ ਕੰਚਨ ਸੁਹਾਗਾ ਟਾਲੇ। ਇਸੇ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਗੁਰਮੁਖ ਬੁੱਢੇ ਕਦੇ ਨਾ ਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਉਹ ਬੁੱਢੇ ਨਹੀਂ ਹੁੰਦੇ, ਸੁਰਤ ਕਰਕੇ ਉੱਚੇ ਚਲੇ ਜਾਂਦੇ ਨੇ। ਉਹਨਾਂ ਦਾ ਸਰੀਰ ਵੀ ਜਿਹੜਾ ਹੈ, ਬਾਬਾ ਦੀਪ ਸਿੰਘ ਜੀ ਦਾ ਸਰੀਰ ਦੇਖੋ 75 ਸਾਲ 18 ਸੇਰ ਦਾ ਖੰਡਾ ਜੰਗ ਦੇ ਵਿੱਚ ਵਾਹੁੰਦੇ ਨੇ। ਭਾਈ ਮਣੀ ਸਿੰਘ ਜੀ 90 ਸਾਲ ਦੇ ਹੋ ਕੇ ਬੰਦ ਕਟਾਉਂਦੇ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ 90 ਸਾਲ ਦੀ ਉਮਰ ਵਿੱਚ ਘੋੜੀ 'ਤੇ ਬੈਠ ਕੇ ਹਰਿਦੁਆਰ ਤੱਕ ਦਾ ਸਫ਼ਰ ਕਰਦੇ। ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਦਰਨ ਅਰਥਾ। ਕੋਈ ਮਨੁੱਖ ਕਰ ਸਕਦਾ 90 ਸਾਲ ਦੀ ਉਮਰ ਵਿੱਚ ਘੋੜੀ 'ਤੇ ਸਵਾਰੀ। ਘੋੜੀ ਦੇ ਉੱਤੇ 10-15 ਮਿੰਟ ਦੀ ਸਵਾਰੀ ਕਰ ਲਈਏ ਨਾ, ਅਤੇ ਇੱਕ ਹਫ਼ਤਾ ਲੱਤਾਂ ਵਿੱਚੋਂ ਖੱਲੀਆਂ ਨਹੀਂ ਨਿਕਲਦੀਆਂ। ਅੱਜ ਦਾ ਮਨੁੱਖ 50 ਸਾਲ ਦੀ ਉਮਰ ਤਾਂ ਉਹ ਲਗਜ਼ਰੀ ਗੱਡੀ ਦੇ ਅੰਦਰ ਬੈਠ ਕੇ ਸਫ਼ਰ ਕਰਨ ਤੋਂ ਗੁਰੇਜ਼ ਕਰਦਾ ਹੈ। ਨਹੀਂ ਹੁੰਦਾ। ਜਹਾਜ਼ ਦਾ ਸਫ਼ਰ ਸਾਨੂੰ ਥਕਾ ਦਿੰਦਾ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ 90 ਸਾਲ ਦੀ ਉਮਰ ਵਿੱਚ ਪ੍ਰਚਾਰ ਕਰਨ ਜਾਂਦੇ ਨੇ। ਅਕਬਰ ਲੰਗਰਾਂ 'ਚੋਂ ਪ੍ਰਸ਼ਾਦਾ ਛਕਦਾ ਹੈ। ਚਿਹਰੇ ਦਾ ਜਲਾਲ ਵੇਖ ਕੇ ਪੁੱਛਦਾ ਹੈ ਪਾਤਸ਼ਾਹ ਕੀ ਛਕਦੇ ਹੋ, ਕੀ ਛਕਦੇ ਹੋ? ਮੈਂ ਸ਼ਾਹੀ ਸਮਰਾਟ, ਤਰ੍ਹਾਂ ਤਰ੍ਹਾਂ ਦੇ ਖਾਣੇ ਬਣਾਉਣ ਵਾਲਿਆਂ ਦਾ ਮੇਰੇ ਕੋਲ ਘਾਟਾ ਨਹੀਂ, ਪਰ ਉਹ ਆਨੰਦ ਆਇਆ ਹੀ ਨਹੀਂ ਜਿਹੜਾ ਤੁਹਾਡੇ ਲੰਗਰਾਂ 'ਚੋਂ ਅੱਜ ਪ੍ਰਸ਼ਾਦਾ ਛਕ ਕੇ ਆਨੰਦ ਆਇਆ। ਇਹ ਹੈ ਗੁਰੂ ਦਰ ਦੀ ਮਹਿਮਾ। ਜੋ ਗੁਰਦੇਵ ਦੇਹੁਰਾ ਫਿਰੈ। ਪਿੱਛੇ ਆਪਾਂ ਪੜ੍ਹ ਹੀ ਚੁੱਕੇ ਹਾਂ, ਫੇਰ ਦੀਆ ਦੇਹੁਰਾ ਨਾਮੇ ਕਉ। ਤੋ ਨਾਮਦੇਵ ਜੀ ਨੇ ਇੱਥੇ ਵੀ ਜ਼ਿਕਰ ਕੀਤਾ ਗੁਰੂ ਮਿਲ ਪਵੇ ਤਾਂ ਆਪਣੇ ਸਿੱਖ ਦੀ ਪੈਜ ਰੱਖਦਾ ਹੋਇਆ ਨਿੰਦਕਾਂ ਵੱਲ ਨੂੰ ਪਿੱਠ ਕਰਕੇ ਮੰਦਰ ਘੁਮਾ ਕੇ ਸੇਵਕ ਵੱਲ ਨੂੰ ਕਰ ਦਿੰਦਾ ਹੈ। ਜੋ ਗੁਰਦੇਵ ਤਾਂ ਛਾਪਰ ਛਾਈ। ਗੁਰੂ ਮਿਲ ਪਵੇ ਤਾਂ ਆਪਣੇ ਸੇਵਕ ਦੀ ਛੱਪਰੀ ਬਣਾਉਣ ਵਾਸਤੇ ਆ ਜਾਂਦਾ ਹੈ। ਪਾੜ ਪੜੋਸਣ ਪੂਛ ਲੈ ਨਾਮਾ, ਕਾ ਪਹਿਛਾਣ ਛਵਾਈ ਹੋ। ਤੁਝ ਪੈ ਦੁੱਗਣੀ ਮਜੂਰੀ ਦੇ ਹੋ, ਮੋਕੋ ਬੇਢੀ ਦੇਹੋ ਬਤਾਈ ਹੋ।
ਰੀ ਬਾਈ ਬੇਡੀ ਦੇਨ ਨਾ ਜਾਈ, ਦੇਖ ਬੇਡੀ ਰਹਿਓ ਸਮਾਈ, ਬੇਡੀ ਹਮਾਰੇ ਪ੍ਰਾਣ ਆਧਾਰ। ਉਹ ਤਾਂ ਪ੍ਰੇਮ ਦੀ ਮਜ਼ਦੂਰੀ ਮੰਗਦਾ ਹੈ। ਉਸ ਬੇਡੀ ਨੇ ਭਗਤ ਨਾਮਦੇਵ ਦੀ ਛੱਪਰੀ ਬੰਨੀ ਹੈ। ਜੋ ਗੁਰਦੇਵ ਸੇਜ ਨਿਕਸਾਈ, ਸੇਜ ਨਿਕਸਾਈ, ਇਹਦਾ ਜ਼ਿਕਰ ਵੀ ਹੁਣ ਨਾਮਦੇਵ ਜੀ ਆਪ ਕਰ ਰਹੇ ਨੇ। ਸਲੇਮ ਬਾਦਸ਼ਾਹ ਦੇ ਕੋਲ ਬੈਠੇ ਸਨ। ਬਾਦਸ਼ਾਹ ਦੇ ਕੋਲ ਕਿਸੇ ਨੇ ਆ ਕੇ ਬਾਦਸ਼ਾਹ ਨੂੰ ਮੰਜਾ, ਵਧੀਆ ਪਲੰਘ ਜਿਹੜਾ ਸੀ ਉਹ ਭੇਟ ਕੀਤਾ। ਨਾਮਦੇਵ ਜੀ ਨੇ ਉਸ ਪਲੰਘ ਨੂੰ ਬੜੀ ਨੀਝ ਲਾ ਕੇ ਵੇਖਿਆ ਅਤੇ ਬਾਦਸ਼ਾਹ ਸਲੇਮ ਨੇ ਸਮਝਿਆ ਵੀ ਨਾਮਦੇਵ ਚਾਹੁੰਦਾ ਵੀ ਇਹ ਪਲੰਘ ਮੈਨੂੰ ਮਿਲਣਾ ਚਾਹੀਦਾ। ਉਹਨੇ ਕਿਹਾ ਕਿ ਭਗਤ ਜੀ ਮੈਂ ਤੁਹਾਨੂੰ ਭੇਟ ਕੀਤਾ। ਭਗਤ ਜੀ ਕਹਿਣ ਲੱਗੇ ਸਾਡੇ ਕਿਸੇ ਕੰਮ ਨਹੀਂ, ਅਸੀਂ ਕੀ ਕਰਨਾ ਹੈ। ਉਹਨੇ ਫਿਰ ਵੀ ਜ਼ਬਰਦਸਤੀ ਪ੍ਰੇਮ ਸਹਿਤ ਭੇਟ ਕਰ ਦਿੱਤਾ। ਨਾਲ ਹੀ ਮਨ ਦੇ ਵਿੱਚ ਹੰਕਾਰ ਆ ਗਿਆ ਵੀ ਇਹੋ ਜਿਹਾ ਪਲੰਘ ਤਾਂ ਇਹਨੇ ਫਕੀਰ ਨੇ ਕਿੱਥੇ ਦੇਖਿਆ ਹੁਣ ਅੱਜ ਤੱਕ। ਨਾਲ ਨੌਕਰ ਭੇਜ ਦਿੱਤੇ ਵੀ ਜਾਓ ਘਰ ਛੱਡ ਆਓ। ਰਸਤੇ ਦੇ ਵਿੱਚ ਨਦੀ ਆਉਂਦੀ ਸੀ। ਨਾਮਦੇਵ ਜੀ ਨੂੰ ਕਹਿੰਦੇ ਵੀ ਇੱਥੇ ਸੁੱਟ ਦੇ ਵਿੱਚ ਨਦੀ ਦੇ। ਉਹਨੇ ਨਦੀ ਵਿੱਚ ਸੁੱਟ ਦਿੱਤਾ। ਵਾਪਸ ਮੁੜ ਗਏ, ਜਾ ਕੇ ਬਾਦਸ਼ਾਹ ਨੂੰ ਦੱਸਿਆ। ਉਹਨੂੰ ਹੰਕਾਰ ਆ ਗਿਆ, ਬਹਾਨਾ ਬਣਾ ਲਿਆ। ਕਹਿੰਦਾ ਮੇਰਾ ਸ਼ਹਿਜ਼ਾਦਾ ਮੰਗਦਾ ਵੀ ਉਹੋ ਜਿਹਾ ਪਲੰਘ ਚਾਹੀਦਾ ਹੈ। ਨਾਮਦੇਵ ਜੀ ਨੂੰ ਕਹੋ ਮੈਨੂੰ ਵਾਪਸ ਦੇ ਦੇਣ, ਮੈਂ ਉਹੋ ਜਿਹਾ ਮਿਸਤਰੀ ਤੋਂ ਹੋਰ ਬਣਾ ਕੇ ਦੇ ਦਿਆਂਗਾ। ਨਾਮਦੇਵ ਜੀ ਉਹਨੂੰ ਕਹਿੰਦੇ ਨੌਕਰ ਨੂੰ ਵੀ ਉਹਨੂੰ ਸੱਦ ਲਓ, ਉੱਥੇ ਨਦੀ ਦੇ ਉੱਤੇ ਹੀ ਆ ਜਾਵੇ, ਉੱਥੇ ਦੇ ਦਿੰਦੇ ਆ ਗਿਆ। ਨਾਮਦੇਵ ਜੀ ਨੇ ਉੱਪਰ ਹੱਥ ਪਸਾਰਿਆ, ਨਦੀ ਦੇ ਇਸ਼ਾਰਾ ਕੀਤਾ। 70 ਸੇਜਾਂ ਨਦੀ ਦੇ ਵਿੱਚੋਂ ਨਿਕਲ ਕੇ ਕਿਨਾਰੇ 'ਤੇ ਆ ਗਈਆਂ। ਕਹਿਣ ਲੱਗੇ ਬਾਦਸ਼ਾਹ ਜਿਹੜੀ ਤੇਰੀ ਹੈ ਚੱਕ ਲੈ ਇਹਦੇ ਵਿੱਚੋਂ। ਬੜਾ ਹੈਰਾਨ ਹੋ ਕੇ ਨਾਮਦੇਵ ਜੀ ਦੇ ਚਰਨਾਂ 'ਤੇ ਝੁਕ ਗਿਆ। ਇਹੀ ਹੰਕਾਰ ਬਹਾਦਰ ਸ਼ਾਹ ਨੇ ਕੀਤਾ ਸੀ ਜਦੋਂ ਉਹਨੇ ਹੀਰਾ ਭੇਟ ਕੀਤਾ ਦਸਮ ਪਾਤਸ਼ਾਹ ਨੂੰ। ਅਤੇ ਮਨ ਦੇ ਵਿੱਚ ਹੰਕਾਰ ਸੀ ਵੀ ਇਹ ਫਕੀਰ, ਇਹਨਾਂ ਨੇ ਕਿਹੜਾ ਇਹੋ ਜਿਹਾ ਹੀਰਾ ਦੇਖਿਆ ਹੋਣਾ। ਸਤਿਗੁਰੂ ਜੀ ਨੇ ਰੱਖਿਆ ਹੱਥ ਦੇ ਉੱਤੇ, ਚਲਾ ਕੇ ਗੋਦਾਵਰੀ 'ਚ ਸਿੱਟ ਦਿੱਤਾ। ਬਹਾਦਰ ਸ਼ਾਹ ਕਹਿਣ ਲੱਗਾ ਮਹਾਰਾਜ ਜੇ ਤੁਸੀਂ ਨਹੀਂ ਸੀ ਰੱਖਣਾ ਤਾਂ ਇੰਨਾ ਕੀਮਤੀ ਹੀਰਾ, ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਤੁਹਾਡੇ ਚਰਨਾਂ 'ਚ ਭੇਟ ਕੀਤਾ, ਤੁਸੀਂ ਇਹਦੀ ਕਦਰ ਹੀ ਨਹੀਂ ਜਾਣੀ। ਪਾਤਸ਼ਾਹ ਕਹਿੰਦੇ ਉੱਠ ਕੇ ਆ ਚੱਲ ਕਿਨਾਰੇ 'ਤੇ। ਸਾਰੀ ਨਦੀ ਹੀਰਿਆਂ ਦੀ ਭਰੀ ਹੋਈ ਸੀ। ਕਹਿੰਦੇ ਚੱਕ ਲੈ ਜਿਹੜਾ ਚਾਹੀਦਾ ਹੈ। ਸੋ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਤੋ ਇਸ ਤਰ੍ਹਾਂ ਸੇਜ ਨਿਕਲ ਆਈ। ਹੁਣ ਇਹ ਨਾਮਦੇਵ ਜੀ ਦੀ ਕਲਮ ਕਹਿ ਰਹੀ ਹੈ ਅਤੇ ਆਦਿ ਬਾਣੀ ਵਿੱਚ ਲਿਖੀ ਹੈ। ਜਿਹੜਾ ਕੋਈ ਕਹੇ ਜੀ ਅਸੀਂ ਮੰਨਦੇ ਨਹੀਂ, ਇਸ ਤਰ੍ਹਾਂ ਹੋ ਸਕਦਾ ਹੈ ਕਿ ਨਹੀਂ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੰਨਦੇ ਹਨ। ਜੋ ਗੁਰਦੇਵ ਤਾਂ 68 ਨਹਾਇਆ, ਪੂਰਾ ਗੁਰੂ ਮਿਲ ਜਾਵੇ ਤਾਂ 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ। ਜੋ ਗੁਰਦੇਵ ਤਨ ਚੱਕਰ ਲਗਾਇਆ, ਤਾਂ ਤਨ ਦੇ ਉੱਤੇ ਜਾ ਕੇ ਕਿਤੇ ਚੱਕਰ ਲਗਾਉਣ ਦੀ ਲੋੜ ਨਹੀਂ, ਜਿਵੇਂ ਸਨਾਤਨ ਮੱਤ ਦੇ ਵਿੱਚ ਕਰਦੇ ਨੇ, ਯਾਤਰਾ ਕਰਨਗੇ ਲਾਉਂਦੇ ਨੇ। ਜੋ ਗੁਰਦੇਵ ਤਾਂ ਦੁਆਦਸ ਸੇਵਾ, ਪੂਰਨ ਗੁਰੂ ਮਿਲ ਜਾਵੇ ਤਾਂ ਸਮਝੋ 12 ਸ਼ਿਵਲਿੰਗਾਂ ਦੀ ਪੂਜਾ ਘਰੇ ਬੈਠੇ ਹੋ ਜਾਂਦੀ ਹੈ, ਭਾਵ ਕਰਨ ਦੀ ਲੋੜ ਨਹੀਂ। ਜੋ ਗੁਰਦੇਵ ਸਭੈ ਬਿਖ ਮੇਵਾ, ਗੁਰੂ ਮਿਲ ਪਵੇ ਤਾਂ ਜ਼ਹਿਰ ਅੰਮ੍ਰਿਤ ਬਣ ਜਾਂਦਾ ਹੈ, ਮਿੱਠਾ ਬਣ ਜਾਂਦਾ ਹੈ। ਜੋ ਗੁਰਦੇਵ ਤਾਂ ਸੰਸਾਰ ਟੁੱਟੇ, ਸ਼ੰਕੇ ਨਿਵਰਤ ਹੋ ਜਾਂਦੇ ਨੇ। ਜੋ ਗੁਰਦੇਵ ਤਾਂ ਜਮ ਤੇ ਛੁੱਟੈ, ਜੋ ਗੁਰਦੇਵ ਤਾਂ ਭੌਜਲ ਤਰੈ, ਜੋ ਗੁਰਦੇਵ ਤਾਂ ਜਨਮ ਨਾ ਮਰੇ। ਇਹਦੇ ਅਰਥ ਕਰਨ ਦੀ ਲੋੜ ਨਹੀਂ, ਸੌਖੇ ਸਮਝ ਆਉਂਦੇ। ਜੋ ਗੁਰਦੇਵ 8-10 ਵਿਵਹਾਰ, 8 ਤੇ 18 ਪੁਰਾਣ, 18 ਪੁਰਾਣ ਪੜ੍ਹ ਕੇ ਉਹਨਾਂ ਦਾ ਗਿਆਨ ਪ੍ਰਾਪਤ ਕਰਕੇ ਉਹੋ ਜਿਹਾ ਜੀਵਨ ਜਿਉਣਾ। ਗੁਰੂ ਮਿਲ ਪਵੇ ਉਹਦੇ ਤੋਂ ਕਈ ਗੁਣਾ ਉੱਚਾ ਜੀਵਨ ਡਾਇਰੈਕਟ ਮਿਲ ਜਾਂਦਾ ਹੈ। ਜੋ ਗੁਰਦੇਵ 18 ਭਾਰ, 18 ਭਾਰ ਬਨਸਪਤੀ, ਸਾਰੀ ਬਨਸਪਤੀ ਚਰਨਾਂ 'ਤੇ ਝੁਕ ਜਾਂਦੀ ਹੈ। ਪੂਰਨ ਗੁਰੂ ਮਿਲ ਪਵੇ, ਬਿਨ ਗੁਰਦੇਵ ਅਵਰ ਨਹੀਂ ਜਾਈ। ਨਾਮਦੇਵ ਜੀ ਕਹਿੰਦੇ ਗੁਰੂ ਤੋਂ ਬਿਨਾਂ ਅਸੀਂ ਹੋਰ ਕਿਸੇ ਥਾਂ 'ਤੇ ਨਹੀਂ ਜਾਂਦੇ ਹਾਂ। ਨਾਮਦੇਵ ਗੁਰ ਕੀ ਸ਼ਰਣਾਈ, ਇਸ ਕਰਕੇ ਨਾਮਦੇਵ ਪੂਰਨ ਗੁਰੂ ਦੀ ਸ਼ਰਨ ਵਿੱਚ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।